ਸਿੱਧੂ ਮੂਸੇਵਾਲਾ ਅਕਸਰ ਕਿਹਾ ਕਰਦਾ ਸੀ ਕਿ ਉਹ ਆਪਣੇ ਪਾਪਾ ਦੇ ਨਾਲ, ਪਿਤਾ ਜੀ ਦੇ ਨਾਲ ਘੱਟ ਹੀ ਗੱਲਬਾਤ ਕਰਦਾ ਸੀ। ਓਨੀ ਹੀ ਕਰਦਾ ਸੀ ਜਿੰਨੀ ਕੁ ਲੋੜ ਹੋਵੇ। ਜ਼ਿਆਦਾਤਰ ਗੱਲਬਾਤ ਉਸਦੀ ਮਾਤਾ ਦੇ ਨਾਲ ਹੀ ਹੁੰਦੀ ਸੀ। ਪਰ ਅੱਜ ਜਦੋਂ ਪਿਤਾ ਦੇ ਵੱਲੋਂ ਉਸਦੇ ਅੰਤਿਮ ਅਰਦਾਸ ਅਤੇ ਭੋਗ ਦੇ ਮੌਕੇ ਤੇ ਸਟੇਜ ਤੇ ਆ ਕੇ ਪੁਰਾਣੀਆਂ ਗੱਲਾਂ ਯਾਦ ਕੀਤੀਆਂ ਗਈਆਂ ਤਾਂ ਪਤਾ ਲੱਗਦਾ ਹੈ ਕਿ ਇਸ ਪਿਓ ਦਾ ਕਾਲਜਾ ਕਿਵੇਂ ਚੀਰਿਆ ਗਿਆ ਹੋਣਾ ਹੈ। 29 ਮਈ ਦਾ ਉਹ ਮਨਹੂਸ ਦਿਨ, ਜਿਸ ਨੂੰ ਕਿ ਯਾਦ ਕਰਕੇ ਪਿਤਾ ਦੇ ਵੱਲੋਂ ਕਿਹਾ ਗਿਆ ਕਿ ਉਹ ਮਨਹੂਸ ਦਿਨ ਚੜ੍ਹਿਆ ਸੀ, ਪਰ ਤੁਹਾਡੇ ਪਿਆਰ ਨੇ ਮੇਰਾ ਦੁੱਖ ਕਾਫੀ ਹੱਦ ਤੱਕ ਘੱਟ ਕਰ ਦਿੱਤਾ। ਮਾਨਸਾ ਦੇ ਵਿੱਚ ਪਹੁੰਚੇ ਲੱਖਾਂ ਹਜ਼ਾਰਾਂ ਲੋਕ, 10-10 ਕਿਲੋਮੀਟਰ ਤੱਕ ਲੱਗਿਆ ਲੰਬਾ ਜਾਮ। ਇੱਥੇ ਪਹੁੰਚ ਰਹੇ ਲੋਕ ਲਗਾਤਾਰ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ, ਉਸ ਨੂੰ ਪਿਆਰ ਦੇਣ ਦੇ ਲਈ ਪਹੁੰਚ ਰਹੇ ਨੇ। ਨਾ ਸਿਰਫ ਇਸ ਦੇ ਵਿੱਚ ਬੱਚੇ, ਸਗੋਂ ਬਜ਼ੁਰਗ ਵੀ ਸ਼ਾਮਿਲ ਨੇ। ਇਸ ਮੌਕੇ ਤੇ ਪਿਤਾ ਦੇ ਵੱਲੋਂ ਕਿਹਾ ਗਿਆ ਕਿ ਇਹ ਘਾਟਾ ਸਹਿਣਾ ਮੇਰੇ ਲਈ ਬਹੁਤ ਮੁਸ਼ਕਿਲ ਹੈ। ਅੱਜ ਅਸੀਂ ਕਿੱਥੇ ਤੋਂ ਕਿੱਥੇ ਪਹੁੰਚ ਗਏ ਹਾਂ, ਇਹ ਸਿਰਫ ਸਾਡਾ ਪਰਿਵਾਰ ਹੀ ਜਾਣਦਾ ਹੈ। ਕੋਸ਼ਿਸ਼ ਕਰੂੰਗਾ ਕਿ ਅਗਲੀ ਜ਼ਿੰਦਗੀ ਨੂੰ ਰੋੜਨ ਦੀ ਮੈਂ ਇੰਨਾ ਨਹੀਂ ਚੱਲ ਸਕਦਾ, ਪਰ ਇਸ ਗੱਲ ਦਾ ਵਾਅਦਾ ਕੀਤਾ ਗਿਆ ਪਿਤਾ ਦੇ ਵੱਲੋਂ ਕਿ ਮੈਂ ਆਪਣੀ ਜ਼ਿੰਦਗੀ ਚਲਦੀ ਰੱਖਾਂਗਾ, ਪਰ ਇਸ ਦੇ ਲਈ ਉਹਨਾਂ ਨੂੰ ਲੋਕਾਂ ਦਾ ਸਾਥ ਚਾਹੀਦਾ ਹੈ। ਸਿੱਧਾ ਸਾਦਾ ਜੱਟ ਸੀ ਸਿੱਧੂ ਮੂਸੇਵਾਲਾ। ਉਸ ਦੀ ਨਰਸਰੀ ਕਲਾਸ ਦੀ ਪੜ੍ਹਾਈ ਤੋਂ ਲੈ ਕੇ ਜਵਾਨੀ ਅਤੇ ਇੱਕ ਮਸ਼ਹੂਰ ਗਾਇਕ ਬਣਨ ਤੱਕ ਦਾ ਸਫ਼ਰ ਪਿਤਾ ਦੇ ਵੱਲੋਂ ਬਿਆਨ ਕੀਤਾ ਗਿਆ। ਪਿਤਾ ਨੇ ਦੱਸਿਆ ਕਿ ਉਹ ਨਰਸਰੀ ਕਲਾਸ ਦੇ ਵਿੱਚ ਪੜ੍ਹਦਾ ਹੁੰਦਾ ਸੀ। ਉਸ ਸਮੇਂ ਇਹਨਾਂ ਰਾਹਾਂ ਤੋਂ ਬੱਸਾਂ ਨਹੀਂ ਜਾਂਦੀਆਂ ਸਨ। ਕਦੇ ਉਹ ਸਕੂਲ ਆਪਣੇ ਮੁੰਡੇ ਸਿੱਧੂ ਮੂਸੇਵਾਲੇ ਸ਼ੁਭਦੀਪ ਨੂੰ ਸਕੂਟਰ ਤੇ ਛੱਡਣ ਜਾਂਦੇ ਤਾਂ ਕਦੇ ਬੱਸ ਦੇ ਵਿੱਚ ਬੈਠ ਕੇ ਛੱਡਣ ਜਾਂਦੇ ਸੀ। ਪਰ ਉਹ ਜਿੱਥੇ ਕੰਮ ਕਰਦੇ ਸੀ, ਫਾਇਰ ਬ੍ਰਿਗੇਡ ਦੇ ਤੌਰ ਤੇ ਇੱਕ ਕੰਮ ਕਰ ਰਹੇ ਸੀ, ਉਹ ਅਫਸਰ ਦੇ ਤੌਰ ਤੇ, ਤਾਂ ਇੱਕ ਵਾਰ ਇੰਜ ਹੋਇਆ ਕਿ ਉਹਨਾਂ ਨੂੰ ਕੰਮ ਤੇ ਪੁੱਜਣ ਦੇ ਵਿੱਚ ਦੇਰ ਹੋ ਗਈ। ਕੁਝ 20 ਮਿੰਟ ਉਹ ਦੇਰ ਹੋਏ ਸੀ, ਪਰ ਉਸ ਤੋਂ ਬਾਅਦ ਪਿਤਾ ਨੇ ਆ ਕੇ ਆਪਣੇ ਪੁੱਤ ਨੂੰ ਕਿਹਾ ਕਿ ਜਾਂ ਤਾਂ ਤੂੰ ਪੜ੍ਹ ਪਾਵੇਂਗਾ ਜਾਂ ਫਿਰ ਮੈਂ ਹੀ ਨੌਕਰੀ ਕਰ ਪਾਵਾਂਗਾ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ, ਜਦੋਂ ਉਹ ਮਹਿਜ਼ ਦੂਸਰੀ ਕਲਾਸ ਦੇ ਵਿੱਚ ਹੀ ਪੜ੍ਹਦਾ ਸੀ, ਉਸ ਨੂੰ ਇੱਕ ਛੋਟੀ ਜਿਹੀ ਸਾਈਕਲ ਲੈ ਕੇ ਦਿੱਤੀ। 24 ਕਿਲੋਮੀਟਰ ਪਿੰਡ ਤੋਂ ਸਕੂਲ ਦਾ ਰਸਤਾ ਸੀ। ਇਹਨਾਂ ਰਸਤਿਆਂ ਤੇ ਸਿੱਧੂ ਮੂਸੇਵਾਲਾ ਰੋਜ਼ ਸਾਈਕਲ ਚਲਾ ਕੇ ਆਪਣੇ ਸਕੂਲ ਪਹੁੰਚਦਾ। ਨਾ ਸਿਰਫ ਦੂਸਰੀ ਕਲਾਸ ਤੋਂ, ਸਗੋਂ ਉਸਨੇ ਲਗਾਤਾਰ 10ਵੀਂ ਪੜ੍ਹਨ ਤੱਕ ਵੀ ਸਾਈਕਲ ਤੇ ਹੀ ਉਹ ਸਕੂਲ ਜਾਂਦਾ ਰਿਹਾ। ਪਿਤਾ ਨੇ ਕਿਹਾ ਕਿ ਮੁੰਡੇ ਨੇ ਮੇਰੇ ਤੋਂ ਕਦੇ ਕੁਝ ਨਹੀਂ ਮੰਗਿਆ, ਬੱਚੇ ਨੇ ਕਦੇ ਮੇਰੇ ਤੋਂ ਕੁਝ ਨਹੀਂ ਮੰਗਿਆ। ਗਰੀਬੀ ਦੇ ਵਿੱਚ ਖਿੱਚ ਧੂ ਕੇ ਕਿਸੇ ਤਰ੍ਹਾਂ ਸਾਰਾ ਪਰਿਵਾਰ ਸਮਾਂ ਕੱਢ ਰਿਹਾ ਸੀ। +2 ਤੋਂ ਬਾਅਦ ਇੰਜੀਨੀਅਰਿੰਗ ਕੀਤੀ ਸਿੱਧੂ ਮੂਸੇਵਾਲੇ ਨੇ ਅਤੇ ਉਸ ਤੋਂ ਬਾਅਦ ਆਈਲੈਟਸ ਕਰਕੇ ਉਹ ਬਾਹਰ ਚਲਾ ਗਿਆ। ਨਾਲ ਦੀ ਨਾਲ ਉਹ ਇਹਨਾਂ ਮੌਕਿਆਂ ਤੇ ਗਾਣੇ ਲਿਖਦਾ ਰਹਿੰਦਾ, ਪਰ ਪੈਸੇ ਕਦੇ ਵੀ ਘਰੋਂ ਨਾ ਮੰਗਦਾ। ਆਪਣੇ ਗਾਣੇ ਸੇਲ ਕਰਦਾ ਰਹਿੰਦਾ। ਇਸੇ ਤਰ੍ਹਾਂ ਹੀ ਉਹ ਆਪਣੀ ਜ਼ਿੰਦਗੀ ਕੱਢ ਰਿਹਾ ਸੀ। ਪਿਤਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਆਪਣੇ ਕੋਲ ਕਦੇ ਪਰਸ ਨਹੀਂ ਰੱਖਦਾ ਸੀ। ਨਿਮਰਤਾ ਅਤੇ ਪਿਆਰ ਦੇ ਨਾਲ ਬੋਲਦਾ ਸੀ। ਜਦੋਂ ਪੈਸਿਆਂ ਦੀ ਲੋੜ ਹੁੰਦੀ ਸੀ, ਮੇਰੇ ਤੋਂ ਮੰਗ ਲਿਆ ਕਰਦਾ ਸੀ। ਅਜਿਹਾ ਪਿਆਰਾ ਬੱਚਾ ਸੀ ਸਿੱਧੂ ਮੂਸੇਵਾਲਾ। ਘਰੋਂ ਪੈਰੀ ਹੱਥ ਲਗਾ ਕੇ ਬਿਨਾਂ ਉਹ ਕਦੇ ਬਾਹਰ ਨਹੀਂ ਨਿਕਲਦਾ ਸੀ। ਹਮੇਸ਼ਾ ਪੈਰੀ ਹੱਥ ਲਗਾ ਕੇ ਹੀ ਬਾਹਰ ਜਾਂਦਾ ਸੀ। ਇੰਨਾ ਹੀ ਨਹੀਂ, ਉਸ ਦੀ ਮਾਂ ਜਦੋਂ ਵੀ ਉਸ ਨੂੰ ਬਾਹਰ ਘੱਲਦੀ ਸੀ ਤਾਂ ਕੰਨ ਦੇ ਥੱਲੇ ਕਾਲਾ ਟਿੱਕਾ ਲਗਾ ਕੇ ਭੇਜਦੀ ਸੀ। ਪਰ 29 ਮਈ ਨੂੰ ਉਸ ਦੀ ਮਾਂ ਪਿੰਡ ਦੇ ਵਿੱਚ ਹੀ ਕਿਸੇ ਦੇ ਘਰ ਗਏ ਹੋਏ ਸੀ ਅਤੇ ਉਸ ਮੌਕੇ ਤੇ ਜਦੋਂ ਪਿਤਾ ਘਰ ਆਏ ਤਾਂ ਉਹਨਾਂ ਨੇ ਕਿਹਾ ਸੀ ਸਿੱਧੂ ਨੂੰ ਕਿ ਮੈਂ ਤੇਰੇ ਨਾਲ ਚੱਲਦਾ। ਪਰ ਉਹ ਖੇਤਾਂ ਦੇ ਵਿੱਚੋਂ ਕੰਮ ਕਰਕੇ ਆਏ ਸੀ ਤਾਂ ਸਿੱਧੂ ਨੇ ਕਿਹਾ ਤੁਸੀਂ ਨਹਾ ਧੋ ਲਵੋ ਅਤੇ ਮੈਂ ਹੁਣੀ 10 ਮਿੰਟ ਦੇ ਵਿੱਚ ਵਾਪਸ ਆ ਜਾਣਾ। ਜੂਸ ਪੀਣ ਦਾ ਕਹਿ ਕੇ ਗਿਆ ਹੋਇਆ ਸਿੱਧੂ ਹੁਣ ਤੱਕ ਨਹੀਂ ਮੁੜਿਆ। ਜਿਹੜੇ ਹਾਲਾਤਾਂ ਦੇ ਵਿੱਚ ਉਸਨੂੰ ਮਾਪਿਆਂ ਨੇ ਦੇਖਿਆ, ਉਹ ਕਿਸੇ ਦੁਨੀਆ ਦੇ ਵਿੱਚ ਬੈਠੇ ਬੱਚੇ ਅਤੇ ਬਜ਼ੁਰਗਾਂ ਨੇ ਵੀ ਨਹੀਂ ਦੇਖਿਆ ਜਾ ਸਕਦਾ ਸੀ। ਹਰ ਕੋਈ ਉਸ ਨੂੰ ਦੇਖ ਕੇ ਰੋ ਰਿਹਾ ਸੀ। ਕਿਸੇ ਨੂੰ ਯਕੀਨ ਨਹੀਂ ਹੋਇਆ ਕਿ ਸਿੱਧੂ ਮੂਸੇਵਾਲੇ ਨੂੰ ਖਤਮ ਕਰ ਦਿੱਤਾ ਗਿਆ। ਬਾਰ-ਬਾਰ ਇਹ ਗੱਲਾਂ ਅਤੇ ਖਬਰਾਂ ਸੁਣਨ ਤੋਂ ਬਾਅਦ ਅਤੇ ਸਿੱਧੂ ਮੂਸੇਵਾਲੇ ਦੀ ਦੇਹ ਦੇਖਣ ਤੋਂ ਬਾਅਦ ਵੀ ਕਿਸੇ ਨੂੰ ਯਕੀਨ ਨਹੀਂ ਸੀ ਕਿ ਉਹ ਜਾ ਚੁੱਕਿਆ। ਪਰ ਮਾਤਾ ਪਿਤਾ ਦੇ ਹੰਝੂ, ਚੀਕ ਦੀਆਂ ਆਵਾਜ਼ਾਂ, ਉਸ ਨੂੰ ਲਾੜਾ ਬਣਾ ਕੇ ਤਿਆਰ ਕਰਨਾ, ਉਹ ਸਾਰਾ ਕੁਝ ਉਂਝ ਹੀ ਇੱਕ ਤਸਵੀਰ ਬਣ ਕੇ ਛਪ ਚੁੱਕਿਆ। ਇਸ ਸਾਰੇ ਮਾਮਲੇ ਦੇ ਵਿੱਚ ਪਿਤਾ ਦੇ ਵੱਲੋਂ ਸਭ ਤੋਂ ਵੱਡਾ ਸਵਾਲ ਜਿਹੜਾ ਰੋ ਕੇ ਪੁੱਛਿਆ ਗਿਆ, ਉਹ ਇਹ ਸੀ ਕਿ ਬੱਚੇ ਦਾ ਕਸੂਰ ਕੀ ਸੀ। ਉਹਨਾਂ ਦਾ ਕਹਿਣਾ ਸੀ ਕਿ ਹੁਣ ਤੱਕ ਇਹ ਨਹੀਂ ਪਤਾ ਕਿ ਮੇਰੇ ਬੱਚੇ ਦਾ ਕਸੂਰ ਕੀ ਸੀ। ਮੈਨੂੰ ਕਦੇ ਫੋਨ ਤੇ ਉਸ ਬਾਰੇ ਉਲਾਂਭਾ ਤੱਕ ਨਹੀਂ ਆਇਆ, ਨਾ ਹੀ ਇਸ ਦੇ ਮਾਤਾ ਨੂੰ ਅਤੇ ਨਾ ਹੀ ਮੈਨੂੰ। ਇਹ ਸਾਰੀਆਂ ਗੱਲਾਂ ਕਰਦੇ ਹੋਏ ਪਿਤਾ ਰੋ ਪਏ। ਰੋਂਦੇ ਰੋਂਦੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਸਿੱਧੂ ਮੂਸੇਵਾਲਾ ਗੱਲ ਲਗਾ ਕੇ ਕਈ ਵਾਰ ਪੁੱਛਦਾ ਹੁੰਦਾ ਸੀ ਕਿ ਮੇਰਾ ਕਸੂਰ ਕੀ ਹੈ।
ਮੇਰਾ ਨਾਮ ਆਖਿਰਕਾਰ ਹਰ ਚੀਜ਼ ਦੇ ਨਾਲ ਕਿਉਂ ਜੋੜ ਦਿੱਤਾ ਜਾਂਦਾ ਹੈ। ਪਿਤਾ ਨੇ ਆਪਣੇ ਪੁੱਤ ਨੂੰ ਇਹ ਕਹਿ ਕੇ ਬਲ ਬਖਸ਼ਿਆ, ਹਿੰਮਤ ਦਿੱਤੀ ਕਿ ਡਰਨ ਦੀ ਲੋੜ ਨਹੀਂ ਕਿਉਂਕਿ ਤੂੰ ਗਲਤ ਨਹੀਂ। ਸਾਨੂੰ ਕਦੇ ਖਤਰਾ ਮਹਿਸੂਸ ਨਹੀਂ ਹੋਇਆ, ਪਿਤਾ ਨੇ ਕਿਹਾ। ਇਸੇ ਕਰਕੇ ਉਹ ਬਿਨਾਂ ਕਿਸੇ ਡਰ ਤੋਂ ਦੋਸਤਾਂ ਦੇ ਨਾਲ ਹੀ ਆਪਣੀ ਗੱਡੀ ਲੈ ਕੇ ਨਿਕਲ ਜਾਂਦਾ ਸੀ। ਇਸ ਤੋਂ ਇਲਾਵਾ ਸਿੱਧੂ ਦੇ ਪਿਤਾ ਦੇ ਵੱਲੋਂ ਉਸਦੇ ਇਲੈਕਸ਼ਨ ਲੜਨ ਨੂੰ ਲੈ ਕੇ ਪੂਰਾ ਫੈਸਲਾ ਉਸੇ ਦਾ ਹੀ ਸੀ, ਇਹ ਵੀ ਦੱਸ ਦਿੱਤਾ ਗਿਆ। ਨਾਲ ਹੀ ਕਿਹਾ ਗਿਆ ਕਿ ਅਸੀਂ ਰੋਕਿਆ ਸੀ ਪਰ ਉਸਦਾ ਫੈਸਲਾ ਖੁਦ ਦਾ ਸੀ ਕਿਉਂਕਿ ਉਹ ਇਲੈਕਸ਼ਨ ਲੜਨਾ ਚਾਹੁੰਦਾ ਸੀ। ਪਰ ਹੁਣ ਮਾਪਿਆਂ ਦੀ ਜ਼ਿੰਦਗੀ ਦੇ ਵਿੱਚ ਘੁੱਪ ਹਨੇਰਾ ਆ ਚੁੱਕਿਆ। ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਜਦੋਂ ਇਹ ਸ਼ਬਦ ਕੱਢੇ ਗਏ ਤਾਂ ਬਾਹਰ ਬੈਠੀ ਸੰਗਤ ਤੱਕ ਰੋ ਪਈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਬਦਕਿਸਮਤ ਬਾਪ ਹਾਂ। ਉਹਨਾਂ ਦਾ ਕਹਿਣਾ ਸੀ ਕਿ ਕਿਸੇ ਦਾ ਬਚਪਨ ਖਰਾਬ ਹੁੰਦਾ ਹੈ, ਕਿਸੇ ਦੀ ਜਵਾਨੀ, ਤਾਂ ਕਿਸੇ ਨੂੰ ਬੁਢਾਪੇ ਦੇ ਵਿੱਚ ਮਾੜਾ ਸਮਾਂ ਦੇਖਣਾ ਪੈਂਦਾ ਹੈ। ਪਰ ਉਹਨਾਂ ਨੇ ਕਿਹਾ ਕਿ ਮੈਂ ਇੱਕ ਬਦਕਿਸਮਤ ਬਾਪ ਹਾਂ ਜਿਸ ਨੇ ਬਚਪਨ ਅਤੇ ਬੁਢਾਪਾ ਦੋਵੇਂ ਹੀ ਮਾੜਾ ਦੇਖਿਆ। ਮੈਂ ਪੁੱਤ ਦੇ ਕਦਮਾਂ 'ਤੇ ਚੱਲਾਂਗਾ ਅਤੇ ਆਉਣ ਵਾਲੇ ਸਮੇਂ ਤੱਕ ਉਸ ਨੂੰ ਯਾਦ ਰੱਖਣਗੇ ਲੋਕ, ਤਾਂ ਕਰਕੇ ਉਹਨਾਂ ਨੂੰ ਜੋੜ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ 'ਤੇ ਸਿੱਧੂ ਦੇ ਪਿਤਾ ਜੀ ਦੇ ਵੱਲੋਂ ਅਤੇ ਉਹਨਾਂ ਦੀ ਮਾਤਾ ਜੀ ਦੇ ਵੱਲੋਂ ਕੀ ਸੁਨੇਹਾ ਲੋਕਾਂ ਨੂੰ ਦਿੱਤਾ ਗਿਆ, ਉਹ ਵੀ ਜ਼ਰਾ ਧਿਆਨ ਨਾਲ ਸੁਣੋ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ ਹੋਏ ਬੇਟੇ ਦੀ ਅੰਤਮ ਅਰਦਾਸ ਤੇ ਪਹੁੰਚੇ ਵੱਖ-ਵੱਖ ਰਾਜਨੀਤਿਕ ਦਲਾਂ ਦੇ ਆਗੂ ਸਾਹਿਬਾਨ, ਵੱਖ-ਵੱਖ ਪੂਰੇ ਭਾਰਤ ਵਰਸ਼ 'ਚੋਂ ਸਾਰੀਆਂ ਹੀ ਸਟੇਟਾਂ ਤੋਂ ਸਿੱਧੂ ਨੂੰ ਪਿਆਰ ਕਰਨ ਵਾਲੇ ਭੈਣ ਭਰਾ, ਸਾਰੀਆਂ ਹੀ ਸੰਸਥਾਵਾਂ, ਕਲੱਬ, ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ, ਇੱਕ ਵਾਰ ਗੁਰੂ ਦੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਾਵੋ, 29 ਮਈ ਨੂੰ ਐਸਾ ਮਨਹੂਸ ਦਿਨ ਚੜ੍ਹਿਆ ਸੀ ਜਿਸ ਦੇ ਅਨੁਸਾਰ ਇਹ ਭਾਣਾ ਵਰਤ ਗਿਆ, ਪਰ ਤੁਹਾਡੇ ਪਿਆਰ ਨੇ, ਤੁਹਾਡੇ ਵੱਲੋਂ ਜੋ ਹੰਝੂ ਵਹਾਏ ਨੇ, ਉਸ ਨੇ ਮੇਰਾ ਦੁੱਖ ਕਾਫੀ ਹੱਦ ਤੱਕ ਘੱਟ ਕੀਤਾ। ਇਹ ਘਾਟਾ ਜੇ ਮੈਂ ਤੁਹਾਨੂੰ ਕਹਾਂ ਵੀ ਮੈਂ ਆਸਾਨੀ ਨਾਲ ਪੂਰਾ ਕਰ ਲਊਂਗਾ ਜਾਂ ਸਹਿਣ ਕਰ ਲਊਂਗਾ, ਤਾਂ ਇਹ ਸਭ ਕਹਿਣ ਦੀਆਂ ਗੱਲਾਂ ਤਾਂ ਹੋ ਸਕਦੀਆਂ ਹੈ, ਪਰ ਇਸ ਨੂੰ ਮੇਰਾ ਪਰਿਵਾਰ ਹੀ ਸਮਝ ਸਕਦਾ ਹੈ ਅੱਜ ਅਸੀਂ ਕਿੱਥੋਂ ਤੇ ਕਿੱਥੇ ਪਹੁੰਚ ਚੁੱਕੇ ਹਾਂ। ਗੁਰੂ ਸਾਹਿਬ ਦੇ ਹੁਕਮ ਨੇ, ਗੁਰਬਾਣੀ ਸਾਨੂੰ ਦੱਸਦੀ ਹੈ, ਇੱਕ ਉਹੀ ਰਸਤਾ ਬਚਿਆ ਗੁਰੂ ਸਾਹਿਬ ਤੋਂ ਸੇਧ ਲੈ ਕੇ, ਦਸ਼ਮੇਸ਼ ਪਿਤਾ ਤੋਂ ਸੇਧ ਲੈ ਕੇ ਕੋਸ਼ਿਸ਼ ਕਰੂੰਗਾ ਅਗਲੀ ਜ਼ਿੰਦਗੀ ਨੂੰ ਰੋੜਨ ਦੀ, ਅਗਲੀ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ। ਸੱਚੇ ਪਾਤਸ਼ਾਹ ਗੁਰੂ ਸਾਹਿਬ ਤਾਂ ਸ਼ਕਤੀਆਂ ਦੇ ਮਾਲਕ ਸੀ, ਸੰਤ ਸਿਪਾਹੀ ਸੀ, ਗੁਰੂ ਸੀ। ਉਹ ਤਾਂ ਇੰਨੀ ਝੱਲ ਗਏ, ਪਰ ਮੈਂ ਇੰਨੀ ਜੋਗਾ ਦੁਨਿਆਵੀ ਨਹੀਂ ਸੀ। ਪਰ ਮਹਾਰਾਜ ਫਿਰ ਵੀ ਤੁਹਾਡਾ ਹੁਕਮ ਸਿਰ ਮੱਥੇ ਹੈ, ਜ਼ਿੰਦਗੀ ਨੂੰ ਹਰ ਹਾਲਤ ਵਿੱਚ ਚੱਲਦੀ ਰੱਖਾਂਗਾ, ਇਹ ਤੁਹਾਡੇ ਨਾਲ ਵਾਅਦਾ ਕਰਦਾ। ਜਿੱਥੋਂ ਤੱਕ ਸ਼ੁਭਦੀਪ ਦਾ ਸਵਾਲ ਹੈ, ਉਹ ਇੱਕ ਬੜਾ ਸਿੱਧਾ ਸਾਦਾ ਨੌਜਵਾਨ, ਜਿਵੇਂ ਆਮ ਪਿੰਡ ਜੱਟਾਂ ਜਵਾਕ ਹੁੰਦੇ ਆ, ਇਸ ਤਰ੍ਹਾਂ ਦਾ ਉਹਦਾ ਜੀਵਨ ਸੀ। ਭਰਾਵੋ, ਨਰਸਰੀ ਦੇ ਵਿੱਚ ਜਦੋਂ ਉਹ ਮਾਨਸਾ ਵਿਦਿਆ ਭਾਰਤੀ ਸਕੂਲ ਦੇ ਵਿੱਚ ਪੜ੍ਹਨ ਲੱਗਿਆ, ਤਾਂ ਮੇਰਾ ਖਿਆਲ ਉਦੋਂ ਮੇਰੇ ਪਿੰਡ ਨੂੰ ਕੋਈ ਇੱਥੋਂ ਬੱਸ ਵੀ ਨਹੀਂ ਜਾਂਦੀ ਸੀ। ਉਹਨਾਂ ਸਮਿਆਂ ਦੇ ਵਿੱਚ ਸਾਧਨਾਂ ਦੀ ਬੜੀ ਘਾਟ ਸੀ, ਪਰ ਫਿਰ ਵੀ ਕਦੇ ਬੱਸਾਂ ਦੇ ਉੱਤੇ, ਕਦੇ ਆਪਣੇ ਸਕੂਟਰ 'ਤੇ ਛੱਡ ਕੇ, ਕਦੇ 2.5 ਸਾਲ ਦਾ ਸੀ, 3 ਸਾਲ ਦਾ ਜੋ ਸੈਕੰਡ ਕਲਾਸ ਦੇ ਵਿੱਚ ਪੜ੍ਹਦਾ ਸੀ। ਮੈਂ ਫਾਇਰ ਵਿਭਾਗ ਦੇ ਵਿੱਚ ਵੀਰੋਂ ਨੌਕਰੀ ਕਰਦਾ, ਉੱਧਰੋਂ ਅੱਗ ਲੱਗ ਗਈ, ਉੱਧਰੋਂ ਮੈਨੂੰ ਛੱਡਣ ਗਿਆ ਹੋਇਆ, ਮੈਂ 20 ਮਿੰਟ ਲੇਟ ਹੋ ਗਿਆ। ਉਸ ਦਿਨ ਤੋਂ ਮੈਂ ਕਿਹਾ, ਪੁੱਤਰਾ ਜਾਂ ਤੂੰ ਪੜ੍ਹੇਗਾ ਜਾਂ ਮੈਂ ਨੌਕਰੀ ਕਰੂੰਗਾ। ਅਸੀਂ ਛੋਟਾ ਜਿਹਾ ਸਾਈਕਲ ਲੈਤਾ, ਤੁਸੀਂ ਯਕੀਨ ਕਰਿਓ, ਸੈਕੰਡ ਕਲਾਸ ਤੋਂ ਸਾਈਕਲ 'ਤੇ ਜਾਣਾ ਸ਼ੁਰੂ ਕੀਤਾ। ਬੱਚੇ ਨੇ +2 ਤੱਕ ਸਾਈਕਲ ਚਲਾਇਆ, ਡੇਲੀ 24 ਕਿਲੋਮੀਟਰ ਸਕੂਲ ਜਾਣਾ, ਫਿਰ 24 ਕਿਲੋਮੀਟਰ ਟਿਊਸ਼ਨ 'ਤੇ ਜਾਣਾ। ਇਸ ਬੱਚੇ ਦਾ ਕਣ ਕਣ ਮਿਹਨਤ ਦੇ ਨਾਲ ਭਰਿਆ ਪਿਆ ਹੈ। ਕਿਤੇ ਵੀ ਮਤਲਬ ਪੈਸੇ ਦੀਆਂ ਤੰਗੀਆਂ ਤੁਰਸ਼ੀਆਂ ਦੇ ਨਾਲ ਅਸੀਂ 2 ਭਰਾ ਹਾਂ, ਸਾਨੂੰ 5-5 6-6 ਕਿੱਲੇ ਪਿਤਾ ਪੁਰਖੀ ਜ਼ਮੀਨ ਆਉਂਦੀ ਸੀ। ਕੋਈ ਪੈਸੇ ਦੀ ਵੀ, ਕੋਈ ਆਪਾਂ ਕਹਿ ਦਈਏ ਵੀ ਜ਼ਿਆਦਾ
ਅਮੀਰਾਂ ਵਾਲੀ ਗੱਲ ਨਹੀਂ ਸੀ ਵੀਰੋ, ਖਿੱਚਤਾ ਤੂੰ ਕਰਕੇ ਆਪਣਾ ਟਾਈਮ ਪਾਸ ਕੀਤਾ ਸੀ। ਇਹਨਾਂ ਹਾਲਾਤਾਂ 'ਚੋਂ ਮੈਂ ਬੱਚੇ ਨੂੰ ਇੱਥੋਂ ਤੱਕ ਲੈ ਕੇ ਆਇਆ। ਕਦੇ ਜੇਬ ਖਰਚ ਵੀ ਇਸ ਬੱਚੇ ਨੂੰ ਪੂਰਾ ਨਹੀਂ ਮਿਲਿਆ ਸੀ, ਪਰ ਇਹਨੇ ਆਪਣੀ ਮਿਹਨਤ ਸਦਕਾ +2 ਕੀਤੀ। ਨਾਨ ਮੈਡੀਕਲ ਦੇ ਬਾਅਦ ਗ੍ਰੈਜੂਏਸ਼ਨ ਕਰਨ ਵਾਸਤੇ ਲੁਧਿਆਣਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਚਲਾ ਗਿਆ। ਉਪਰੰਤ ਆਈਲੈਟਸ ਕਰਕੇ ਬਾਹਰ ਚਲਾ ਗਿਆ। ਵੀਰੋ ਸਾਰੀ ਡਿਗਰੀ ਕਰਨ ਉਪਰੰਤ ਵੀ ਇਸਨੇ ਮੈਨੂੰ ਕਦੇ ਵੀ ਤੰਗ ਨਹੀਂ ਕੀਤਾ। ਜਿਹੜਾ ਵੀ ਜੇਬ ਖਰਚ ਮਾੜੇ ਮੋਟੇ ਗਾਣੇ ਲਿਖ ਲੈਂਦਾ, ਜਦੋਂ ਕੋਈ ਜੇਬ ਖਰਚਾ ਮੁੱਕਦਾ ਇੱਕ ਦਾ ਗਾਣਾ ਸੇਲ ਕਰਤਾ ਤੇ ਆਪਦਾ ਟੈਲੈਂਟ ਪਾਇਆ। ਇਸੇ ਤਰ੍ਹਾਂ ਹੀ ਬੁਲੰਦੀਆਂ ਤੇ ਪਹੁੰਚ ਤੱਕ ਵੀ ਇਸ ਬੱਚੇ ਨੇ ਕਦੇ ਵੀ ਆਪਣੀ ਜੇਬ ਦੇ ਵਿੱਚ ਪਰਸ ਨਹੀਂ ਰੱਖਿਆ। ਦੇਖੋ ਜਦੋਂ ਵੀ ਕੋਈ 1000 ਦੀ ਲੋੜ ਹੈ, 2000 ਦੀ ਲੋੜ ਹੈ, ਪਾਪਾ ਦਿਓ ਪੈਸੇ, ਪਾਪਾ ਦਿਓ ਪੈਸੇ। ਇੰਨੀ ਨਿਮਰਤਾ, ਇੰਨਾ ਪਿਆਰ, ਮੈਂ ਕਹਿੰਦਾ ਜਿੰਨਾ ਸਾਡੇ ਹਿੱਸੇ ਆਇਆ ਸ਼ਾਇਦ ਜ਼ਿਆਦਾ ਕਰਨ ਕਰਕੇ ਜਲਦੀ ਮੁੱਕ ਗਿਆ, ਮੈਂ ਇਹ ਮਹਿਸੂਸ ਕਰਦਾ। ਇਹ ਬੱਚਾ ਜਦੋਂ ਵੀ ਘਰੋਂ ਨਿਕਲਦਾ ਕਦੇ ਵੀ ਪੈਰੀਂ ਹੱਥ ਲਾਏ ਤੋਂ ਬਿਨਾਂ, ਆਗਿਆ ਲਏ ਤੋਂ ਬਿਨਾਂ ਗੱਡੀ ਦੀ ਸੀਟ ਤੇ ਬੈਠ ਵੀ ਜਾਣਾ, ਮਾਂ ਮਾਂ ਕਹਿ ਕੇ ਬੋਲ ਮਾਰਦੇ ਰਹਿਣਾ। ਜਦ ਤੱਕ ਮਾਂ ਬੁੱਕਲ 'ਚ ਨਾ ਲੈਂਦੀ, ਕੰਨ ਥੱਲੇ ਟਿੱਕਾ ਨਾ ਲਾਉਂਦੀ, ਕਦੇ ਘਰੋਂ ਨਹੀਂ ਚੱਲਿਆ ਸੀ ਵੀਰ। 29 ਤਰੀਕ ਪਤਾ ਨਹੀਂ ਕਿਹੋ ਜਿਹੀ ਆਈ ਕਿ ਮਾਂ ਪਿੰਡ ਵਿੱਚ ਮਰਗ ਹੋਈ ਸੀ, ਕਿਸੇ ਦੇ ਬੈਠਣ ਚਲੀ ਗਈ, ਪਰ ਮੈਂ ਘਰ ਵਿਖੇ ਸੀ। ਮੈਂ ਕਿਹਾ ਵੀ ਮੈਂ ਪੁੱਤਰ ਤੇਰੇ ਨਾਲ ਚੱਲਦਾ, ਪਰੰਤੂ ਕਹਿੰਦਾ ਤੁਹਾਡੇ ਕੱਪੜੇ ਠੀਕ ਨਹੀਂ, ਮੈਂ ਖੇਤੋਂ ਆਇਆ ਸੀ ਤੇ ਤੁਸੀਂ ਆਰਾਮ ਕਰ ਲਓ, ਨਹਾ ਧੋ ਲਓ। ਮੈਂ 5 ਮਿੰਟਾਂ 'ਚ ਬਸ ਜੂਸ ਵਗੈਰਾ ਪੀ ਕੇ ਵਾਪਸ ਆ ਗਿਆ। ਤਾਂ ਜਿਹੜਾ ਉਹ ਮੈਂ ਹਮੇਸ਼ਾ ਪਰਦੇ ਦੀ ਤਰ੍ਹਾਂ ਪਰਛਾਵਾਂ ਬਣ ਕੇ ਬੱਚੇ ਦੇ ਨਾਲ ਰਿਹਾ ਸਾਰੀ ਜ਼ਿੰਦਗੀ। ਤੇ ਆਖਰ ਸਮੇਂ ਦੇ ਉੱਤੇ ਵੀਰੋ ਮੈਂ ਵੀ ਖੁੰਝ ਗਿਆ ਤੇ ਅੱਜ ਮੇਰੇ ਹੱਥ ਉਹ ਸਮਾਂ ਨਹੀਂ ਲੱਗ ਰਿਹਾ। ਮੈਨੂੰ ਵਾਰ-ਵਾਰ ਪਛਤਾਉਣ ਤੋਂ ਇਲਾਵਾ ਮੇਰੇ ਪੱਲੇ ਕੁਝ ਵੀ ਨਹੀਂ ਰਿਹਾ। ਵੀਰੋ ਤੁਸੀਂ ਸਰਕਾਰਾਂ ਦੇ ਮਾਲਕੋ, ਸਾਰੇ ਲੀਡਰ ਸਾਹਿਬਾਨ ਬਚਿਓ, ਮੇਰੇ ਪੰਜਾਬ ਨੂੰ ਇਸ ਅੱਗ 'ਚੋਂ ਕੱਢ ਲਓ। ਅੱਜ ਮੇਰਾ ਉਜੜਿਆ, ਕੱਲ੍ਹ ਕਿਸੇ ਦਾ ਹੋਰ ਨਾ ਉਜੜੇ। ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਮੈਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਵੀ ਮੇਰੇ ਬੱਚੇ ਦਾ ਕਸੂਰ ਕੀ ਸੀ। ਕਮ ਸੇ ਕਮ ਜੇ ਮੇਰਾ ਬੱਚਾ ਕੋਈ ਗਲਤੀ ਕਰਦਾ ਤਾਂ ਆਪਣੀ ਸਮਾਜਿਕ ਰੀਤ ਆ, ਆਪਾਂ ਉਲਾਂਭਾ ਉਹਦੇ ਮਾਂ-ਬਾਪ ਨੂੰ ਦੇ ਕੇ ਆਉਂਦੇ ਆ ਵੀ ਭਾਈ ਤੇਰੇ ਬੱਚੇ ਨੇ ਆਹ ਡੋਲਾ ਵਿਗਾੜਿਆ, ਸਭ ਇਹਨੂੰ ਕੰਟਰੋਲ ਕਰ ਲਾ। ਮੇਰੇ ਕੋਲੇ ਅੱਜ ਤੱਕ ਵੀ ਇੱਕ ਵੀ ਫੋਨ ਕਾਲ ਜਾਂ ਕਿਸੇ ਦਾ ਕੋਈ ਉਲਾਂਭਾ ਮੇਰੇ ਕੋਲੇ ਅੱਜ ਤੱਕ ਨਹੀਂ ਆਇਆ। ਅਸੀਂ ਦੋਨੇ ਜੀ ਬੈਠੇ, ਮੈਂ ਗੁਰੂ ਗ੍ਰੰਥ ਸਾਹਿਬ ਵੱਲ ਹੱਥ ਕਰਕੇ ਕਹਿਣਾ, ਮੇਰਾ ਬੱਚਾ ਮੇਰੇ ਗਲ ਲੱਗ ਕੇ ਰੋਇਆ ਵੀ ਪਾਪਾ ਮੈਨੂੰ ਇੱਕ ਗੱਲ ਦੱਸੋ, ਹਰ ਇੱਕ ਚੀਜ਼ ਮੇਰੇ ਨਾਮ ਨਾਲ ਕਿਉਂ ਜੁੜ ਜਾਂਦੀ ਹੈ? ਮੈਂ ਕਿਸੇ ਦਾ ਵੀ ਮਾੜਾ ਨਹੀਂ ਕੀਤਾ। ਮੈਂ ਉਦੋਂ ਫਿਰ ਵੀ ਮੈਂ ਯਕੀਨ ਨਹੀਂ ਕੀਤਾ ਵੀ ਨੌਜਵਾਨ ਬੱਚੇ ਆ, ਕਈ ਵਾਰੀ ਮਾਂ-ਬਾਪ ਨੂੰ ਨਹੀਂ ਪਤਾ ਹੁੰਦਾ, ਕੋਈ ਛੋਟੀ ਮੋਟੀ ਗਲਤੀ ਕਰ ਜਾਂਦੇ ਆ। ਮੈਂ ਕਿਹਾ ਮੇਰੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ, ਆਪਦੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾ। ਦੋਨੇ ਹੱਥ ਐ ਰਖਾ ਕੇ ਕਿਹਾ ਵੀ ਤੂੰ ਕਦੇ ਵੀ ਕਿਸੇ ਦਾ ਕੋਈ ਫੋਨ ਕਾਲ ਜਾਂ ਕਿਸੇ ਚੀਜ਼ ਨੂੰ ਬੋਲ ਬਤਾ ਨਹੀਂ ਹੈ। ਕਹਿੰਦਾ ਨਹੀਂ ਹੈ। ਫਿਰ ਮੈਂ ਕਿਹਾ ਤੈਨੂੰ ਡਰਨ ਦੀ ਲੋੜ ਨਹੀਂ ਹੈ, ਆਪਾਂ ਨਾ ਪਰਮਾਤਮਾ 'ਤੇ ਵਿਸ਼ਵਾਸ ਹੈ, ਆਪਣਾ ਕੋਈ ਮਾੜਾ ਨਹੀਂ ਕਰਦਾ। ਵੀਰੋ ਜੇ ਆਪਾਂ ਕੋਈ ਗਲਤ ਕੰਮ ਕਰਦੇ ਹੋਈਏ ਤਾਂ ਸ਼ੈਤਾਨ ਬੰਦਾ ਆਪਣੀ ਸੌਰ ਸੁਰੱਖਿਆ ਕਰਦਾ ਹੈ। ਜੇ ਮੇਰਾ ਬੱਚਾ ਕਦੇ ਕਿਸੇ ਕਿਤੇ ਗਲਤ ਵੀ ਹੁੰਦਾ ਤਾਂ ਉਹ ਇਕੱਲਾ ਗੱਡੀ ਲੈ ਕੇ ਕਦੇ ਨਹੀਂ ਆਉਂਦਾ ਸੀ, ਉਹ ਨਾਲ 5-7 ਗਨਮੈਨ ਵੀ ਰੱਖਦਾ, ਚਾਹੇ ਪ੍ਰਾਈਵੇਟ ਮੁੰਡੇ ਪ੍ਰਾਈਵੇਟ ਕਿਉਂ ਨਾ ਰੱਖਦੇ ਸੀ, ਕਿਉਂਕਿ ਸਾਨੂੰ ਕਦੇ ਖਤਰਾ ਮਹਿਸੂਸ ਹੋਇਆ ਹੀ ਨਹੀਂ ਸੀ। ਅਸੀਂ ਛੋਟੀ ਮੋਟੀ ਜਿਹੜੇ ਹਾਲਾਤ ਵਿਗੜਦੇ, ਕੰਟਰੋਵਰਸੀਆਂ ਚੱਲਦੀਆਂ ਰਹੀਆਂ, ਉਹਨਾਂ ਤੋਂ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਸੀ। ਪਰ ਸੋਸ਼ਲ ਮੀਡੀਆ ਦੀ ਕਿਰਪਾ ਵੀ ਇੰਨੀ ਰਹੀ ਵੀ ਛੋਟੀ ਜਿਹੀ ਗੱਲ ਹੁੰਦੀ ਨਹੀਂ ਤੁਹਾਨੂੰ ਵਧਾ ਚੜਾ ਕੇ ਪੇਸ਼ ਕਰੀ ਜਾਣਾ। ਸੋਸ਼ਲ ਮੀਡੀਆ 'ਤੇ ਮੇਰੇ ਮੂਹਰੇ ਹੱਥ ਬੰਨ੍ਹ ਕੇ ਤੁਹਾਡੇ ਮੂਹਰੇ ਬੇਨਤੀ ਹੈ ਵੀਰੋ, ਦੁੱਖ ਅਸੀਂ ਪੁੱਤ ਦਾ ਜਰ ਲਾਂਗੇ। ਤੁਹਾਡੇ ਨਾਲ ਵਾਅਦਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਨਾ ਕਿਵੇਂ ਰੋੜਨ ਦਾ ਹੀਲਾ ਕਰ ਲਾਂਗੇ। ਪਰ ਮੇਰੇ ਪਰਿਵਾਰ ਨੂੰ, ਮੇਰੇ ਪੁੱਤ ਦੇ ਸਿਵੇ ਨੂੰ ਉਹ 'ਤੇ ਵੱਖ-ਵੱਖ ਖਬਰਾਂ ਨਾ ਬਣਾਇਓ, ਉਹਨੂੰ ਕਿਤੇ ਕਹਾਣੀਆਂ ਬਣਾ ਕੇ ਸਟੋਰੀਆਂ ਨਾ ਪਾਇਓ। ਮੈਂ ਪੁੱਤ ਗਵਾਇਆ, ਜਦੋਂ ਮੈਂ ਦੇਖਦਾ, ਮੈਂ ਫੋਨ ਨਹੀਂ ਦੇਖਿਆ ਵੀਰੋ ਜਿੱਦਣ ਦੀ ਘਟਨਾ ਹੋਈ ਹੈ। ਮੈਂ ਜਦੋਂ ਪੜ੍ਹਦਾ ਮੇਰਾ ਹਿਰਦਾ ਬਲੂੰਦਰੇ ਜਾਂਦਾ। ਮੇਰਾ ਬੱਚਾ ਬੇਹੱਦ ਸੰਤ ਸਾਧ ਸੁਭਾਅ ਦਾ ਬੱਚਾ ਸੀ, ਉਹ ਕਦੇ ਵੀ ਕਿਸੇ ਦਾ ਨੁਕਸਾਨ ਕਰਨਾ ਨਹੀਂ ਚਾਹੁੰਦਾ ਸੀ, ਪਰ ਉਹਦਾ ਆਪਣਾ ਹੋ ਬੈਠਾ। ਕਿਉਂਕਿ ਜੇ ਉਹਦੇ ਮਨ ਦੇ ਵਿੱਚ ਕੋਈ ਵੀ ਪੁੰਨ ਪਾਪ ਹੁੰਦਾ ਜਾਂ ਉਹਨੂੰ ਕਿਸੇ ਗੱਲ ਤੋਂ ਖਤਰਾ ਹੁੰਦਾ ਤਾਂ ਉਹ ਆਪਣੀ ਸੁਰੱਖਿਆ ਦਾ ਹੋਰ ਵੀ ਪ੍ਰਬੰਧ ਕਰ ਸਕਦਾ ਸੀ। ਉਹ ਬੁਲੰਦੀਆਂ 'ਤੇ ਪਹੁੰਚ ਕੇ ਆਪਣੀ ਪ੍ਰਾਈਵੇਟ ਸਿਕਿਉਰਿਟੀ ਵੀ ਰੱਖ ਸਕਦਾ ਸੀ। ਤੁਸੀਂ ਖਾਹ ਮਖਾਹ ਹਰੇਕ ਚੀਜ਼ ਨੂੰ ਖਬਰ ਨਾ ਬਣਾਇਆ ਕਰੋ।
ਕਦੇ ਤੁਸੀਂ ਬਾਈ ਰਾਜੇ ਬਾਰੇ ਕੁਝ ਬੋਲ ਦਿੰਦੇ ਹੋ, ਕਦੇ ਕਿਸੇ ਵੀਰੋ ਸਾਡੀ ਜਿਹੜੇ ਪਰਿਵਾਰ ਨੇ ਮਦਦ ਕਰੀ ਹੈ, ਜਿਹੜਾ ਭਰਾ 2 ਸਾਲ ਤੋਂ ਸਾਡੀ ਮਦਦ ਕਰਦਾ ਰਿਹਾ ਹੈ, ਕੀ ਕਸੂਰ ਹੋ ਗਿਆ ਜੇ ਅਸੀਂ ਉਹਦਾ ਤੁਸੀਂ ਨਾਂ ਲੈ ਲੈ ਕੇ ਬੁਰਾ ਭਲਾ ਬੋਲ ਦਿਓ, ਮੈਨੂੰ ਬਹੁਤ ਬੁਰਾ ਲੱਗਦਾ ਇਸ ਗੱਲ ਤੋਂ। ਵੀਰ ਬਣ ਕੇ ਸਾਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦਿੰਦਾ, ਕਿਉਂਕਿ ਤੁਹਾਨੂੰ ਸਾਰੇ ਤੁਸੀਂ ਸੁਣਨ ਵਾਲੇ ਸਾਰੀ ਗੱਲ ਸੁਣਨਾ ਚਾਹੁੰਦੇ ਹੋ। ਸਿੱਧੂ ਨੂੰ ਇਲੈਕਸ਼ਨ 'ਚ ਕੋਈ ਨਹੀਂ ਲੈ ਕੇ ਆਇਆ। ਸਿੱਧੂ ਨੂੰ ਉਹਦਾ ਇਲੈਕਸ਼ਨ ਲੜਨਾ ਆਪਣਾ ਮਨ ਸੀ। ਮੈਂ ਵੀ ਰੋਕਿਆ, ਬਾਈ ਰਾਜੇ ਨੇ ਵੀ ਰੋਕਿਆ ਉਹਨੂੰ, ਬਾਈ ਤੇਰੇ ਵੱਸ ਦੀ ਗੱਲ ਨਹੀਂ, ਤੇਰਾ ਬੜਾ ਵਧੀਆ ਫਿਊਚਰ ਚੱਲਦਾ, ਸਾਨੂੰ ਤਾਂ ਇੱਕ ਹਲਕਾ ਜਾਂਦਾ ਤੇ ਤੂੰ ਤਾਂ ਦੁਨੀਆ 'ਤੇ ਮਸ਼ਹੂਰ ਹੈ। ਉਹਦਾ ਆਪਣਾ ਫੈਸਲਾ ਸੀ ਵੀਰੋ, ਐਵੇਂ ਨਾ ਕਿਸੇ ਨੂੰ ਬੁਰਾ ਭਰਾ ਬੋਲਿਆ ਕਰੋ। ਮੇਰੀ ਤੁਹਾਡੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਹੈ ਵੀਰੋ, ਪਹਾੜ ਜਿੱਡਾ ਦੁੱਖ ਹੈ ਕਹਿਣਾ ਸੌਖਾ ਹੈ, ਜੇ ਕਰ ਲਾਂਗੇ ਉਹ ਕਰ ਲਾਂਗੇ, ਪਰ ਜ਼ਿੰਦਗੀ ਦੇ ਵਿੱਚ ਬਿਲਕੁਲ ਘੁੱਪ ਹਨੇਰਾ ਹੋਇਆ। ਪਰ ਸ਼ਾਇਦ ਮੈਂ ਸੋਚਦਾ ਹੁੰਦਾ ਸੀ ਵੀ ਇੱਕ ਅੱਧਾ ਪੜਾਅ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮਾੜਾ ਹੁੰਦਾ, ਚਾਹੇ ਬਚਪਨ ਆ ਜਾਏ, ਚਾਹੇ ਬੁਢਾਪਾ ਆ ਜਾਏ, ਚਾਹੇ ਜਵਾਨੀ ਆ ਜਾਏ। ਪਰ ਮੈਂ ਇੱਕ ਬਦਕਿਸਮਤ ਬਾਪ ਹਾਂ, ਮੈਂ ਬਚਪਨ ਵੀ ਮਾੜਾ ਵੇਖਿਆ, ਮੈਂ ਬੁਢਾਪਾ ਵੀ ਮਾੜਾ ਵੇਖ ਰਿਹਾ। ਚਲੋ ਫਿਰ ਵੀ ਇਹ ਆਪਣੇ ਕੋਈ ਕਰਮਾਂ ਦੀਆਂ ਤਕਦੀਰਾਂ ਦੇ, ਕੋਈ ਮੈਥੋਂ ਗਊਆਂ ਦੇ ਬਾੜੇ ਨੂੰ ਅੱਗ ਲੱਗੀ ਹੋਣੀ ਹੈ, ਕਦੇ ਕੋਈ ਪਾਪ ਹੋਇਆ ਹੋਣਾ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਅਣਜਾਣ ਬੱਚਾ ਸਮਝ ਕੇ ਹੋਈਆਂ ਪੁੱਲਾਂ ਦਾ ਪਰਿਵਾਰ 'ਤੇ ਹੱਥ ਰੱਖਿਓ। ਕਿਸੇ ਵੀ ਵੀਰ ਨੂੰ ਕਦੇ ਕੋਈ ਸਿੱਧੂ ਨੇ ਵੀਰ ਬੱਚੇ ਨੇ ਕੁਝ ਸ਼ਬਦ ਮਾੜਾ ਚੰਗਾ ਬੋਲਤਾ ਹੋਵੇ, ਮੇਰੇ ਪਰਿਵਾਰ ਨੇ ਕਦੇ ਕਿਸੇ ਨੂੰ ਬੋਲਤਾ ਹੋਵੇ, ਮੈਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ। ਵੀਰੋ ਤੁਸੀਂ ਐਵੇਂ ਜਿਵੇਂ ਸਿੱਧੂ ਨਾਲ ਪਿਆਰ ਬਣਾਈ ਰੱਖਿਓ। ਮੈਂ ਵਾਅਦਾ ਕਰਦਾ ਜਿੰਨੀ ਕਿ ਮੇਰੇ 'ਚ ਹਿੰਮਤ ਬਚੀ ਹੈ, ਮੈਂ ਆਪਣੇ ਬੱਚੇ ਨੂੰ, ਸਿੱਧੂ ਤਾਂ ਨਹੀਂ ਬਣ ਸਕਦਾ ਪਰ ਉਹਦੇ ਕਦਮਾਂ 'ਤੇ ਚੱਲਣ ਦੀ ਕੋਸ਼ਿਸ਼ ਕਰੂੰਗਾ। ਮੇਰੀ ਕੋਸ਼ਿਸ਼ ਹੈ ਵੀ ਹਲੇ ਸਿੱਧੂ ਨੂੰ ਮੈਂ 5-10 ਸਾਲ ਤੱਕ ਜਿਉਂਦਾ ਰੱਖਾਂ, ਕਿਉਂਕਿ ਸਿੱਧੂ ਗੀਤਾਂ ਰਾਹੀਂ ਤੁਹਾਡੇ ਕੰਨਾਂ ਦੇ ਵਿੱਚ ਵੱਜਦਾ ਰਹੂਗਾ। ਮੇਰਾ ਤੁਹਾਡੇ ਨਾਲ ਵਾਅਦਾ ਇਸ ਗੱਲ ਦਾ। ਮੈਂ ਜਿੰਨੀ ਹਿੰਮਤ ਦੇ ਨਾਲ ਪੁੱਤ ਦਾ ਸੰਸਕਾਰ ਕੀਤਾ, ਉਨੀ ਹਿੰਮਤ ਦੇ ਨਾਲ ਸਿੱਧੂ ਨੂੰ ਤੁਹਾਡੇ ਨਾਲ ਹਰ ਆਖਰੀ ਸਾਹ ਤੱਕ ਜੋੜਨ ਦੀ ਕੋਸ਼ਿਸ਼ ਰੱਖੂੰਗਾ। ਫਿਰ ਵੀ ਕੋਈ ਕਿਸੇ ਨੂੰ ਜ਼ਿਆਦਾ ਕੋਈ ਵੱਧ ਘੱਟ ਬੋਲ ਗਿਆ ਹੋਵਾਂ ਵੀਰੋ, ਅਣਜਾਣ ਦੁਖੀ ਬਾਪ ਸਮਝ ਕੇ ਮਾਫ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।